ਹੈਲੋ ਸਟੂਡੈਂਟਸ, ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਕਲਾਸ 12 ਦੀ 5.2 ਐਕਸਰਸਾਈਜ਼ ਜਿਹੜੀ ਹੈਗੀ ਐਨਸੀਈਆਰਟੀ ਦੇ ਵਿੱਚੋਂ ਜਾਂ ਉਹਦੇ ਬੇਸਡ ਕੁਐਸਚਨ ਆਪਾਂ ਕਰਾਂਗੇ। ਸੋ ਇਸ ਨੂੰ ਸਮਝਣ ਦੇ ਲਈ ਲੈਟ ਕੋਈ ਫੰਕਸ਼ਨ ਕੰਸੀਡਰ ਕਰ ਲਓ y fx। ਇਹਦੇ ਵਿੱਚ ਜਿਹੜਾ x ਹੈਗਾ ਇਟ ਇਜ਼ ਏ ਇੰਡੀਪੈਂਡੈਂਟ ਵੇਰੀਏਬਲ, ਇਹ ਆਪਣੇ ਕੋਲ ਇੰਡੀਪੈਂਡੈਂਟ ਵੇਰੀਏਬਲ ਹੈਗਾ, ਤੇ ਜਿਹੜਾ y ਹੈਗਾ that is a dependent variable, ਮੀਨ ਜਿਹੜਾ y ਹੈਗਾ ਉਹ x ਦੇ ਉੱਤੇ ਡਿਪੈਂਡ ਕਰ ਰਿਹਾ। and what is differentiation is the process of taking derivative। ਤੇ ਡੈਰੀਵੇਟਿਵ ਕੀ ਆ? ਡੈਰੀਵੇਟਿਵ ਹੈਗਾ ਅਗਰ ਆਪਾਂ x ਜਿਹੜਾ ਇੰਡੀਪੈਂਡੈਂਟ ਵੇਰੀਏਬਲ ਆ ਉਸ ਦੇ ਵਿੱਚ ਕੁਝ ਵੀ ਪਲੱਸ ਮਾਈਨਸ ਕਰਦੇ ਮੀਨ ਕੁਝ ਚੇਂਜ ਕਰਦੇ ਆ ਇਹਦੇ ਵਿੱਚ ਆਪਾਂ, ਤਾਂ y ਦੇ ਵਿੱਚ ਕਿੰਨਾ ਚੇਂਜ ਹੋਏਗਾ ਉਸ ਮਤਲਬ ਕਿ ਚੇਂਜ ਨੂੰ ਮੈਜ਼ਰ ਕਰਨ ਵਾਸਤੇ ਆਪਾਂ ਟਰਮ ਯੂਜ਼ ਕਰਦੇ ਹਾਂ ਡੈਟ ਇਜ਼ ਡੈਰੀਵੇਟਿਵ। ਸੋ ਅਗਰ ਆਪਾਂ ਇਸ ਦੀ ਡੈਫੀਨੇਸ਼ਨ ਅਗਰ ਛੋਟੀ ਜਿਹੀ ਲਿਖਣੀ ਚਾਹੀਏ ਤਾਂ ਡੈਰੀਵੇਟਿਵ ਕੀ ਹੈ? ਡੈਰੀਵੇਟਿਵ ਇਜ਼ ਮੈਜ਼ਰ ਆਫ ਰੇਟ ਐਟ ਵਿਚ y means dependent variable changes with respect to independent variable means x। ਸੋ ਆਪਾਂ ਕੀ ਕੀਤਾ, y ਇੱਕ ਫੰਕਸ਼ਨ ਲਿਆ x ਦਾ ਤੇ ਉਸ ਤੋਂ ਡੈਰੀਵੇਟਿਵ ਆਪਾਂ ਡਿਫਾਈਨ ਕੀਤਾ ਇਟ ਇਜ਼ ਦਾ ਮੈਜ਼ਰ ਆਫ ਦਾ ਰੇਟ ਐਟ ਵਿਚ y ਚੇਂਜਸ ਵਿਦ ਰਿਸਪੈਕਟ ਟੂ x। ਹੁਣ ਆਪਣੇ ਕੋਲ ਕੁਝ ਇੱਕ ਅਲੱਗ-ਅਲੱਗ ਮੈਥਮੈਟੀਸ਼ੀਅਨਸ ਨੇ ਆਪਣੇ ਕੋਲ ਨੋਟੇਸ਼ਨ ਡਿਫਾਈਨ ਕੀਤੇ ਸੀ ਇਹਦੇ, ਉਹ ਕਾਫੀ ਇੰਪੋਰਟੈਂਟ ਰਹਿਣਗੇ। ਜਿਸ ਤਰ੍ਹਾਂ ਆਪਣੇ ਕੋਲ ਨਿਊਟਨ ਨੇ ਜਿਹੜਾ ਇਹਦਾ ਸਿੰਬਲ ਸੀਗਾ ਨੋਟੇਸ਼ਨ ਸੀਗਾ ਉਹ ਡਿਫਾਈਨ ਕੀਤਾ ਸੀ y ਦੇ ਉੱਤੇ ਡੋਟ ਲਗਾ ਕੇ। ਅਗਰ ਇੱਕ ਡੈਰੀਵੇਟਿਵ ਲੈਂਦੇ ਹੋ ਤਾਂ ਉਸ ਨੂੰ ਆਪਾਂ ਕਿ y ਸਿੰਗਲ ਡੋਟ ਲਿਖਦੇ ਸੀਗੇ, ਤੇ ਉਸ ਤੋਂ ਬਾਅਦ ਅਗਰ ਆਪਣੇ ਕੋਲ ਡਬਲ ਡੈਰੀਵੇਟਿਵ ਲਿਆ ਤਾਂ y ਡਬਲ ਡੋਟ ਲਿਖਿਆ। ਲੈਬਨੀਜ਼ ਨੇ ਜਿਹੜੇ ਸਿੰਬਲ ਦਿੱਤੇ ਸੀਗੇ ਉਹ ਹੈਗਾ ਸੀ dy ਅਪੋਨ dx। ਅਗਰ ਸੈਕਿੰਡ ਡੈਰੀਵੇਟਿਵ ਲਿਖੋਗੇ ਤਾਂ ਇਹ ਬਣ ਜਾਏਗਾ, ਇਸ ਤਰ੍ਹਾਂ ਅੱਗੇ ਵੀ ਲਿਖੇ ਜਾ ਸਕਦੇ ਨੇ। ਇਹਦਾ ਮਤਲਬ ਕੀ ਹੈ? ਡੈਰੀਵੇਟਿਵ ਆਫ y ਅਗਰ ਇਸ ਨੂੰ ਆਪਾਂ ਦੇਖਣਾ ਹੋਵੇ, ਇਸ ਨੂੰ ਅਗਰ ਰੀਡ ਕਰਨਾ ਹੋਵੇ, ਇਹਦਾ ਮਤਲਬ ਹੁੰਦਾ ਡੈਰੀਵੇਟਿਵ ਆਫ y ਵਿਦ ਰਿਸਪੈਕਟ ਟੂ x। ਠੀਕ ਹੈ, ਇਹ ਆਪਣੇ ਲਈ ਕਾਫੀ ਇੰਪੋਰਟੈਂਟ ਰਹੇਗਾ ਐਨਸੀਈਆਰਟੀ ਦੇ ਵਿੱਚ, ਇਹ ਆਪਾਂ ਸਿੰਬਲ ਜ਼ਿਆਦਾ ਯੂਜ਼ ਕਰਾਂਗੇ। ਉਸ ਤੋਂ ਬਾਅਦ ਹੈਗੇ ਯੂਲਰ ਨੇ ਵੀ ਆਪਣੇ ਕੋਲ ਇਹਦਾ ਸਿੰਬਲ ਦਿੱਤੇ ਸੀ, ਜਿਵੇਂ ਡੈਰੀਵੇਟਿਵ dy d2y। ਇੱਥੇ ਜਿਹੜਾ d ਦਾ ਮਤਲਬ ਕੀ ਹੈ? d ਅਪੋਨ dx। ਤਾਂ ਉਸ ਨੇ ਇਸ ਤਰ੍ਹਾਂ ਦੇ ਨੋਟੇਸ਼ਨ ਦਿੱਤੇ ਸੀਗੇ। ਲੈਗਰੇਂਜ ਨੇ ਨੋਟੇਸ਼ਨ ਦਿੱਤੇ ਸੀਗੇ ਪ੍ਰਾਈਮ ਵਾਲੇ, ਜਿਵੇਂ ਇਸ ਨੂੰ ਬੋਲਦੇ f ਪ੍ਰਾਈਮ x, f ਡਬਲ ਪ੍ਰਾਈਮ x। ਅਗਰ ਤੁਸੀਂ ਸੇਮ ਜਿਹੜਾ ਹੈਗਾ y ਦੇ ਵਿੱਚ ਲਿਖਦੇ ਹੋ ਤਾਂ ਲਿਖ ਸਕਦੇ ਹੋ y ਪ੍ਰਾਈਮ। ਸੋ ਆਪਣੇ ਕੋਲ ਦੋ ਸਿੰਬਲ ਜਿਹੜੇ ਹੈਗੇ ਨੇ ਉਹ ਜ਼ਿਆਦਾ ਇੰਪੋਰਟੈਂਟ ਹੋਣਗੇ। ਇੱਕ ਤਾਂ ਡੈਰੀਵੇਟਿਵ ਦਾ ਇਹ ਵਾਲਾ ਸਿੰਬਲ ਹੈ dy ਅਪੋਨ dx, ਤੇ ਸੈਕਿੰਡ ਸਿੰਬਲ ਇਹ ਵਾਲਾ ਹੋਏਗਾ। ਅਗਰ ਇਹਦਾ ਡਬਲ ਡੈਰੀਵੇਟਿਵ ਲਿਖੋਗੇ ਤਾਂ y ਡਬਲ ਪ੍ਰਾਈਮ ਕਹਿ ਸਕਦੇ ਹੋ। ਤਾਂ ਇਹ ਜਿਹੜੇ ਆਪਣੇ ਕੋਲ ਨੋਟੇਸ਼ਨਸ ਨੇ ਇਹ ਆਪਾਂ ਜ਼ਿਆਦਾ ਇੰਪੋਰਟੈਂਟ ਜਿਹੜੇ ਹੈਗੇ ਨੇ, ਜਿਹੜੇ ਆਪਾਂ ਅੱਗੇ ਆਪਾਂ ਯੂਜ਼ ਕਰਨੇ ਨੇ, ਉਹ ਹੈਗਾ dy ਅਪੋਨ dx y ਪ੍ਰਾਈਮ। ਇਹ ਵਾਲੇ ਅੱਗੇ ਹੈਗੇ ਨੇ ਆਪਾਂ ਯੂਜ਼ ਨਹੀਂ ਕਰਦੇ। ਠੀਕ ਹੈ, ਮੇਨ ਆਪਣੇ ਕੋਲ ਲੈਬਨੀਜ਼ ਤੇ ਜਿਹੜੇ ਲੈਗਰੇਂਜਸ ਦੁਆਰਾ ਦਿੱਤੇ ਹੋਏ ਸਿੰਬਲ ਨੇ ਉਹੀ ਯੂਜ਼ ਕਰਾਂਗੇ। ਸੋ ਹੁਣ ਤੱਕ ਆਪਾਂ ਜਿਹੜਾ ਪੜ੍ਹਿਆ ਮੇਨ ਜਿਹੜੀ ਤੁਹਾਨੂੰ ਯਾਦ ਰੱਖਣਾ ਹੈ, ਵਟ ਇਜ਼ ਏ ਡੈਰੀਵੇਟਿਵ? ਡੈਰੀਵੇਟਿਵ ਇਜ਼ ਦਾ ਮੈਜ਼ਰ ਆਫ ਦਾ ਰੇਟ ਐਟ ਵਿਚ y ਚੇਂਜਸ ਵਿਦ ਰਿਸਪੈਕਟ ਟੂ x। ਉਸ ਤੋਂ ਵੀ ਜ਼ਿਆਦਾ ਜਿਹੜਾ ਇੰਪੋਰਟੈਂਟ ਹੈ ਨੋਟੇਸ਼ਨ ਯਾਦ ਰੱਖਣਾ ਹੈ। ਨੈਕਸਟ ਆਪਾਂ ਕੀ ਕਰਾਂਗੇ, ਇਹ ਕੁਝ ਇੱਕ ਫਾਰਮੂਲੇ ਨੇ ਜਿਹੜੇ ਤੁਹਾਨੂੰ ਕਲਾਸ +1 ਦੇ ਵਿੱਚ ਪੜ੍ਹੇ ਹੋਏ ਨੇ। ਇਹ ਸਾਰੇ ਫਸਟ ਪ੍ਰਿੰਸੀਪਲ ਤੋਂ ਬਣਾਏ ਜਾ ਸਕਦੇ ਆ, ਲੇਕਿਨ ਆਪਣੇ ਕੋਲ ਜਿਵੇਂ ਇਸ ਤਰ੍ਹਾਂ ਦੇ ਜਿਹੜੇ ਫਾਰਮੂਲੇ ਨੇ ਇਹ ਸਾਰੇ +1 ਦੇ ਵਿੱਚ ਸਟੱਡੀ ਕੀਤੇ ਹੋਏ ਨੇ। ਇਹ ਆਪਾਂ ਕੋਈ ਵੀ ਫਾਰਮੂਲੇ ਇੱਥੇ ਮਤਲਬ ਕਿ ਡਿਸਕਸ ਨਹੀਂ ਕਰਾਂਗੇ। ਕਲਾਸ 12 ਦੇ ਵਿੱਚ ਇਹ ਫਾਰਮੂਲੇ ਜਿਹੜੇ ਹੈਗੇ ਨੇ ਇਹਨਾਂ ਦੇ ਬੇਸਡ ਫਾਰਮੂਲੇ ਆਪਾਂ ਨਵੇਂ ਫਾਰਮੂਲੇ ਆਪਾਂ ਜਾਂ ਨਵੇਂ ਰਿਜ਼ਲਟ ਦੇਖਾਂਗੇ ਜਿਹੜੇ ਆਪਾਂ ਯੂਜ਼ ਕਰਾਂਗੇ। ਤਾਂ ਇਸ ਤੋਂ ਬਾਅਦ ਆਪਣੇ ਕੋਲ ਇੱਕ ਅਲਜਬਰਾ ਆਫ ਡਿਫਰੈਂਸ਼ੀਏਸ਼ਨ ਵੀ ਹੈਗਾ ਆਪਣੇ ਕੋਲ ਡੈਰੀਵੇਟਿਵ ਦਾ। ਜਿਵੇਂ ਦੋ ਫੰਕਸ਼ਨ ਆ ਜਾਣ ਉਸ ਨੂੰ ਪਲੱਸ ਮਾਈਨਸ ਕਰਕੇ ਲਿਖਿਆ ਤਾਂ ਡੈਰੀਵੇਟਿਵ ਕਿਵੇਂ ਲਿਖਣਾ। ਕੋਈ ਇਹਦੇ ਵਿੱਚ ਸਕੇਲਰ ਆ ਗਿਆ ਤਾਂ ਜਿਹੜਾ ਸਕੇਲਰ ਆ ਉਹ ਡੈਰੀਵੇਟਿਵ ਤੋਂ ਜਿਵੇਂ ਬਾਹਰ ਆ ਗਿਆ,
ਜਾਂ ਫਿਰ ਪ੍ਰੋਡਕਟ ਰੂਲ ਆ ਗਿਆ, ਕੁਐਸਚਨ ਰੂਲ ਆ ਗਿਆ, ਇਹ ਸਾਰਾ ਕੁਝ ਤੁਹਾਨੇ +1 ਦੇ ਵਿੱਚ ਪੜਿਆ ਹੋਇਆ। ਮੈਂ ਇਹਦੀ ਕੋਈ ਵੀ ਇੱਕ ਐਗਜ਼ਾਮਪਲ ਲਿਖ ਲੈਣਾ ਤਾਂ ਕਿ ਥੋੜਾ +1 ਦੇ ਨਾਲ ਤੁਸੀਂ ਜੋ ਪੜਿਆ ਹੋਇਆ ਉਹ ਅਟੈਚ ਹੋ ਜਾਓਗੇ। ਜਿਸ ਤਰ੍ਹਾਂ ਕੋਈ ਫੰਕਸ਼ਨ ਲਿਖ ਲੈਂਦੇ ਆ, ਲੈਟ y ਇਜ਼ ਇਕੁਅਲ ਟੂ, ਆਪਾਂ ਲਿਖ ਲਿਆ ਸਾਈਨ ਆਫ x ਇੰਟੂ x ਲਿਖ ਲਿਆ। ਹੁਣ ਇਹ ਜਿਹੜਾ ਫੰਕਸ਼ਨ ਹੈ ਇਟ ਇਜ਼ ਪ੍ਰੋਡਕਟ ਆਫ ਟੂ ਫੰਕਸ਼ਨਸ। ਤਾਂ ਆਪਣੇ ਕੋਲ ਜਿਹੜਾ ਫੰਕਸ਼ਨ ਇਹ ਵਾਲਾ ਡੈਰੀਵੇਟਿਵ ਆਪਾਂ ਪੜ੍ਹਦੇ ਹਾਂ, ਇਸ ਨੂੰ ਵੈਸੇ ਦੇਖੋ u ਇੰਟੂ v ਲਿਖਿਆ ਹੈ, ਲੇਕਿਨ ਜਦੋਂ ਜ਼ਿਆਦਾ ਵਧੀਆ ਫਾਰਮੂਲਾ ਕਿਹੜਾ ਹੈਗਾ ਅਗਰ ਆਪਾਂ ਲਿਖੀਏ, ਆਪਾਂ ਲਿਖ ਸਕਦੇ ਹਾਂ ਫਸਟ ਇੰਟੂ ਸੈਕਿੰਡ। ਮੀਨਸ ਪਹਿਲਾਂ ਪਹਿਲੇ ਦਾ ਡੈਰੀਵੇਟਿਵ ਲੈ ਲਿਆ, ਪਹਿਲਾ ਫਸਟ ਫੰਕਸ਼ਨ ਉਵੇਂ ਰੱਖ ਲਿਆ, ਸੈਕਿੰਡ ਦਾ ਡੈਰੀਵੇਟਿਵ ਲੈ ਲਿਆ, ਪਲੱਸ ਸੈਕਿੰਡ ਫੰਕਸ਼ਨ ਉਵੇਂ ਰੱਖ ਲਿਆ, ਫਿਰ ਡੈਰੀਵੇਟਿਵ ਤੁਸੀਂ ਫਸਟ ਫੰਕਸ਼ਨ ਦਾ ਲਿਖ ਲਿਆ। ਫਸਟ ਤੇ ਸੈਕਿੰਡ ਕਿਸ ਮਰਜ਼ੀ ਫੰਕਸ਼ਨ ਨੂੰ ਆਪਾਂ ਮੰਨ ਸਕਦੇ ਹਾਂ। ਤੇ ਇੱਥੇ ਆਪਣੇ ਕੋਲ ਦੋ ਫੰਕਸ਼ਨ ਨੇ, ਤਾਂ ਜੋ ਡੈਰੀਵੇਟਿਵ ਲਿਖਦੇ ਆ ਤਾਂ ਇੱਕ ਤੁਸੀਂ +1 ਦੇ ਵਿੱਚ ਆਲਰੇਡੀ ਪੜ੍ਹਿਆ ਹੋਇਆ ਹੈ, ਤਾਂ ਇੱਥੇ ਲਿਖਣਾ ਪੈਂਦਾ ਹੈ ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ x। ਜੋ ਡਿਫਰੈਂਸ਼ੀਏਟ ਕਰੋਗੇ ਤਾਂ ਆਪਣੇ ਕੋਲ ਕੀ ਮਿਲੇਗਾ, ਇਟ ਵਿਲ ਬੀ ਇਕੁਅਲ ਟੂ dy/dx, ਜਾਂ y ਦਾ ਡੈਰੀਵੇਟਿਵ ਹੈ d/dx ਬਣ ਗਿਆ। ਡੈਰੀਵੇਟਿਵ ਦਾ ਮਤਲਬ ਕੀ ਹੁੰਦਾ, d/dx, ਦੋਨਾਂ ਪਾਸੇ d/dx ਲੱਗ ਗਿਆ ਇੱਕ ਤਰ੍ਹਾਂ ਦਾ, ਇਹ ਕਹਿ ਸਕਦੇ ਹੋ। ਹੁਣ ਇਹਦਾ ਫਾਰਮੂਲਾ ਲਗਾ ਦਿਓ, ਤਾਂ ਫਾਰਮੂਲਾ ਕਿੰਨਾ ਬਣ ਜਾਏਗਾ, ਫਸਟ ਫੰਕਸ਼ਨ, ਇਹ 'ਚ ਪਹਿਲਾਂ x ਨੂੰ ਫਸਟ ਫੰਕਸ਼ਨ ਮੰਨ ਲਿਆ, ਡੈਰੀਵੇਟਿਵ ਆ ਜਾਏਗਾ ਸਾਈਨ x ਦਾ, ਪਲੱਸ ਸਾਈਨ x ਲਿਖ ਕੇ ਡੈਰੀਵੇਟਿਵ ਆਏਗਾ ਤੁਹਾਡੇ ਕੋਲ ਫਸਟ ਫੰਕਸ਼ਨ ਦਾ x ਦਾ। ਨੈਕਸਟ ਸਟੈਪ ਕੀ ਆਏਗਾ, x ਇੰਟੂ, ਅਗਰ ਆ ਸਾਈਨ x ਦਾ ਡੈਰੀਵੇਟਿਵ ਦੇਖਣਾ ਹੋਵੇ, ਜਸਟ ਇਹ ਫਾਰਮੂਲਾ ਹੀ ਹੈ, ਦਿਸ ਇਜ਼ ਦਾ ਰਿਜ਼ਲਟ, ਇਹ ਆਪਾਂ ਰਿਜ਼ਲਟ ਯੂਜ਼ ਕਰ ਸਕਦੇ ਹਾਂ, ਇਟ ਬਿਕਮਸ cos ਆਫ x। ਨੈਕਸਟ ਹੈਗਾ ਸਾਈਨ x ਇੰਟੂ ਡੈਰੀਵੇਟਿਵ ਆਫ x, x ਦਾ ਡੈਰੀਵੇਟਿਵ ਹਮੇਸ਼ਾ ਵਿਦ ਰਿਸਪੈਕਟ ਟੂ x ਆਪਾਂ ਫਾਰਮੂਲਾ ਯੂਜ਼ ਕਰਕੇ ਲਿਖ ਵੀ ਸਕਦੇ ਹਾਂ, ਮੈਂ ਇੱਥੇ ਲਿਖ ਕੇ ਦਿਖਾ ਦਿੰਦਾ। ਇਹ ਵਿੱਚ x ਦੀ ਪਾਵਰ ਹੈਗੀ 1, ਪਾਵਰ ਅੱਗੇ ਆ ਗਈ ਬਾਈ ਯੂਜ਼ਿੰਗ ਦਿਸ ਫਸਟ ਫਾਰਮੂਲਾ, x ਦੀ ਪਾਵਰ n ਵਾਲਾ ਜਿਹੜਾ ਫਾਰਮੂਲਾ ਉਹ ਯੂਜ਼ ਕਰ ਲਓ, 1 - 1, x ਦੀ ਪਾਵਰ 0, ਇਹ ਆਪਣੇ ਕੋਲ 1 ਆ ਗਿਆ, ਸੋ ਇਹਦਾ ਡੈਰੀਵੇਟਿਵ 1 ਆ ਗਿਆ। ਸੋ ਦਿਸ ਇਜ਼ ਦਾ ਆਨਸਰ ਆਫ ਦਿਸ ਕੁਐਸਚਨ। ਅੱਗੇ ਜਦੋਂ ਵੀ ਰਿਜ਼ਲਟ ਆਪਾਂ ਇਹ ਯੂਜ਼ ਕਰਾਂਗੇ ਨਾਲ ਨਾਲ ਫਾਰਮੂਲੇ ਲਿਖ ਲਿਆ ਕਰਾਂਗੇ। ਹੁਣ ਆਪਾਂ ਮੇਨ +2 ਦੇ ਵਿੱਚ ਕੀ ਪੜ੍ਹਨ ਜਾ ਰਹੇ ਹਾਂ, ਇਹ ਜਿਹੜਾ ਕੁਝ ਪੜ੍ਹਿਆ ਪਹਿਲਾਂ +1 ਦੇ ਵਿੱਚ ਪੜ੍ਹਿਆ ਹੋਇਆ, ਜਸਟ ਇੱਕ ਰਿਪੀਟ ਹੀ ਕੀਤਾ ਹੈ। +2 ਦੇ ਵਿੱਚ ਮੇਨ ਹੈਗਾ ਚੇਨ ਰੂਲ। ਚੇਨ ਰੂਲ ਜਿਹੜਾ ਹੈਗਾ ਆਪਾਂ ਇੱਕ ਸਿੰਪਲ ਜਿਹੇ ਵੇ ਨਾਲ ਚੇਨ ਰੂਲ ਕਰਦੇ ਹਾਂ। ਸਪੋਜ਼ ਕਰ ਲਓ ਹੁਣ ਜਿਵੇਂ ਫੰਕਸ਼ਨਸ ਉਹਨੇ ਕੋਈ ਵੀ ਪੜ੍ਹਿਆ, ਜਿਵੇਂ ਉਹਨੇ ਫਾਰਮੂਲਾ ਹੁਣੀ ਪੜ੍ਹ ਕੇ ਹਟੇ ਹੋ, ਡੈਰੀਵੇਟਿਵ ਆਫ x ਦੀ n ਵਾਲਾ ਫਾਰਮੂਲਾ ਪੜ੍ਹਿਆ, ਦਿਸ ਇਜ਼ nx ਦੀ ਪਾਵਰ n-1। ਆਪਾਂ ਕੀ ਕਰਾਂਗੇ, ਅਗਰ ਇਹਦੇ ਵਿੱਚ x ਦੀ ਜਗ੍ਹਾ ਤੇ ਕੋਈ ਹੋਰ ਫੰਕਸ਼ਨ ਆ ਗਿਆ, ਸਪੋਜ਼ ਕਰ ਲਓ ਕੋਈ ਵੀ ਫੰਕਸ਼ਨ ਲਿਖ ਲਓ ਤੁਸੀਂ, ਤੇ ਉਹਦਾ ਪਾਵਰ n ਆ ਗਿਆ, ਤਾਂ ਕੀ ਕਰਾਂਗੇ, ਪਾਵਰ ਅੱਗੇ ਆ ਜਾਏਗਾ ਤੇ ਨਾਲ ਇਸ ਦੇ ਵਿੱਚ ਪਾਵਰ ਦੇ ਵਿੱਚ ਇੱਕ ਮਾਈਨਸ ਹੋ ਗਿਆ, ਇਨਟੂ ਡੈਰੀਵੇਟਿਵ ਆਏਗਾ fx ਦਾ, ਇਹ ਵਾਲਾ। ਸੋ ਫੋਰ ਐਗਜ਼ਾਮਪਲ ਇਹਦੀ ਕੋਈ ਐਗਜ਼ਾਮਪਲ ਲੈਂਦੇ ਆ ਇਸ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ। ਸੋ ਲੈਟ ਅਸ ਟੇਕ ਕੋਈ ਫੰਕਸ਼ਨ ਹੈਗਾ, ਫਾਈਂਡ ਡੈਰੀਵੇਟਿਵ ਆਫ, ਸਪੋਜ਼ ਕਰ ਲਓ ਕੋਈ ਕੁਐਸਚਨ ਹੈਗਾ x ਦੀ ਪਾਵਰ x² + 3 ਦੀ ਪਾਵਰ, ਸਪੋਜ਼ ਉਹਨੇ 8 ਲਿਖ ਲਿਆ, ਇਹ ਡੈਰੀਵੇਟਿਵ ਫਾਈਂਡ ਕਰਨਾ। ਸੋ ਇਹਦਾ ਡੈਰੀਵੇਟਿਵ ਫਾਈਂਡ ਕਰਨ ਲਈ ਹੁਣ ਇਸ ਕੁਐਸਚਨ ਨੂੰ ਸਟਾਰਟ ਕਰਨ ਵਾਸਤੇ 2-3 ਮੈਥਡ ਹੋ ਸਕਦੇ ਆ। ਕਈ ਬੱਚੇ ਕੀ ਕਰਦੇ ਨੇ, ਉਹ ਡਾਇਰੈਕਟ ਲਿਖਦੇ ਨੇ d/dx, ਤਾਂ ਕਈ ਬੁੱਕਸ ਦੇ ਵਿੱਚ ਤੁਸੀਂ ਪੜੋਗੇ ਇਸ ਤਰ੍ਹਾਂ ਲਿਖਿਆ ਹੋਇਆ ਹੋਏਗਾ ਸਿੱਧਾ ਹੀ ਉਹਦਾ ਡੈਰੀਵੇਟਿਵ। ਤਾਂ ਇਸ ਦੇ ਵਿੱਚ ਹੁਣ ਇਹਦਾ ਫਾਰਮੂਲਾ ਕਿਹੜਾ ਲੱਗੇਗਾ, ਦੇਖੋ ਅਗਰ x ਦੀ ਪਾਵਰ ਹੁੰਦਾ ਤਾਂ ਫਸਟ ਵਾਲਾ ਫਾਰਮੂਲਾ ਲੱਗਣਾ ਸੀ, ਪਰ ਜਿਹੜਾ ਚੇਨ ਰੂਲ ਹੈ ਨਾ, ਜਾਂ ਸਿੰਪਲੀ ਯਾਦ ਰੱਖਣਾ ਹੈ, ਜਿੰਨੇ ਵੀ ਫਾਰਮੂਲੇ ਤੁਸੀਂ ਪੜੋਗੇ ਅਗਰ ਉਹਨਾਂ ਦੇ ਵਿੱਚ x ਦੀ ਜਗ੍ਹਾ ਤੇ ਕੋਈ ਹੋਰ ਫੰਕਸ਼ਨ ਆ ਗਿਆ ਤਾਂ ਆਪਾਂ ਚੇਨ ਰੂਲ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਜ਼ਿਆਦਾ ਬੇਸਿਕ ਦੇ ਵਿੱਚ ਨਹੀਂ ਜਾਵਾਂਗੇ। ਤਾਂ ਇਹਦੇ ਵਿੱਚ ਹੁਣ ਪਾਵਰ ਜਿਹੜੀ ਹੈਗੀ ਉਹ ਅੱਗੇ ਆ ਗਈ, ਇਟ ਬਿਕਮਸ x² + 3 ਦੀ ਪਾਵਰ ਕਿੰਨਾ ਬਣ ਜਾਏਗਾ ਫਾਰਮੂਲਾ 8 - 1, ਇਨਟੂ ਡੈਰੀਵੇਟਿਵ ਆਏਗਾ ਇਹਦਾ ਜਿਹੜਾ ਆਪਣੇ ਕੋਲ ਬੇਸ ਹੈ fx, ਤਾਂ ਪਾਵਰ ਦਾ ਡੈਰੀਵੇਟਿਵ ਪਹਿਲਾਂ ਕਰ ਲਿਆ x² + 3 ਦਾ, ਦਿਸ ਵਨ, ਤਾਂ 8 ਇੰਟੂ x² + 3, ਇਹਦੀ ਪਾਵਰ ਆ ਗਈ 7, ਇੰਟੂ ਦਾ ਡੈਰੀਵੇਟਿਵ ਕਿੰਨਾ ਆਏਗਾ 2x, ਸੋ ਇਟ ਬਿਕਮਸ 16x। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈਗੇ ਨੇ ਉਹ +2 ਦੇ ਵਿੱਚ ਆਉਂਦੇ ਨੇ।
ठीक है। +1 ਦੇ ਵਿੱਚ ਸਿੰਪਲ ਕੁਐਸਚਨ ਹੁੰਦੇ ਸੀਗੇ, ਜਸਟ ਇਸ ਫਾਰਮੂਲੇ ਦੇ ਬੇਸਡ ਹੁੰਦੇ ਸੀਗੇ। +2 ਦੇ ਵਿੱਚ ਤੁਸੀਂ ਇਹ ਮੰਨ ਲਓ ਵੀ ਇਸ ਫਾਰਮੂਲੇ ਦੇ ਬੇਸਡ ਕੁਐਸਚਨ ਬਣ ਜਾਣਗੇ। ਹੁਣ ਇਹ ਚੇਨ ਰੂਲ ਦੇ ਵਿੱਚ ਕੀ ਕਰਨਾ ਹੈ, ਜਿਵੇਂ ਆਪਣੇ ਕੋਲ ਜਦੋਂ ਕੋਈ ਵੀ ਫੰਕਸ਼ਨ ਦਿੱਤਾ ਹੋਵੇ ਤੁਸੀਂ ਉਸ ਨੂੰ ਜਿਵੇਂ ਇੱਕ ਮੰਨ ਲਓ ਸਪੋਜ਼ ਕਰ ਲਓ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਘਰ ਹੈ, ਹੋਮ ਹੈ, ਉਹਦੇ ਵਿੱਚ ਪਹਿਲਾਂ ਜਿਹੜਾ ਮੇਨ ਗੇਟ ਹੈ ਨਾ, ਸਭ ਤੋਂ ਪਹਿਲਾਂ ਜਦੋਂ ਆਪਾਂ ਐਂਟਰੀ ਕਰਨੀ ਹੈ ਉਹ ਆਪਾਂ ਮੇਨ ਗੇਟ ਤੋਂ ਹੀ ਕਰਨੀ ਹੈ। ਕਈ ਬੱਚੇ ਕੀ ਕਰਦੇ ਨੇ, ਮਤਲਬ ਕਿ ਇਸ ਤੋਂ ਅੱਗੇ ਜਿਹੜੀ ਹੈਗੀ ਪਾਵਰ ਆਪਣੇ ਕੋਲ ਮੇਨ ਗੇਟ ਮੰਨ ਲਿਆ ਆਪਾਂ, ਜਿਹੜੀ ਪਾਵਰ ਹੈ, ਸੋ ਸਭ ਤੋਂ ਪਹਿਲਾਂ ਪਾਵਰ ਵਾਲਾ ਫਾਰਮੂਲਾ ਲਗਾਇਆ, ਮੇਨ ਗੇਟ ਖੋਲ੍ਹਿਆ, ਉਸ ਤੋਂ ਬਾਅਦ ਜਿਹੜੇ ਅੱਗੇ ਦੇ ਸਬ ਗੇਟਸ ਨੇਗੇ ਉਹ ਆਪਾਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ। ਉਸ ਤੋਂ ਜਿਵੇਂ ਬੇਸ ਹੋ ਗਿਆ, ਜਿਵੇਂ ਅੱਗੇ ਅੱਗੇ ਪੜ੍ਹੀ ਚੱਲੋਗੇ ਤਾਂ ਚੇਨ ਰੂਲ ਜਿਹੜਾ ਹੈਗਾ ਅੱਗੇ ਹੋਰ ਢੰਗ ਨਾਲ ਯੂਜ਼ ਹੋਣਾ ਸ਼ੁਰੂ ਹੋ ਜਾਏਗਾ। ਹੋਰ ਵੀ ਸਾਰੇ ਇਸ 'ਤੇ ਮਤਲਬ ਕਿ ਗੇਟਸ ਐਂ ਤਰ੍ਹਾਂ ਬਣੀ ਜਾਣਗੇ ਤੁਹਾਡੇ ਕੋਲ। ਤਾਂ ਸਭ ਤੋਂ ਪਹਿਲਾਂ ਪਾਵਰ, ਫਿਰ ਆਪਾਂ ਬੇਸ ਖੋਲ੍ਹਣਾ ਹੈ। ਠੀਕ ਹੈ। ਤਾਂ ਇਸ ਤਰ੍ਹਾਂ ਦੇ ਕੁਐਸਚਨ ਆਪਾਂ ਸੋਲਵ ਕਰਾਂਗੇ। ਨੈਕਸਟ ਇਹਦੇ ਨਾਲ ਦੀ ਹੋਰ ਐਗਜ਼ਾਮਪਲ ਲੈਂਦੇ ਹਾਂ। ਹੁਣ ਚੇਨ ਰੂਲ ਦਾ ਮਤਲਬ ਕਿ ਕੁਐਸਚਨ ਬਣਾਉਣ ਵਾਸਤੇ ਆਪਾਂ ਕੀ ਲਿਖਦੇ ਹਾਂ, ਲੈਟ ਕੋਈ ਐਗਜ਼ਾਮਪਲ। ਇਸ ਲੈਕਚਰ ਦੇ ਵਿੱਚ ਆਪਾਂ NCERT ਦੇ ਬੇਸਡ ਕੁਐਸਚਨ ਕਰ ਲੈਂਦੇ ਹਾਂ। ਠੀਕ ਹੈ। NCERT ਦੇ ਵਿੱਚ ਜਿਹੜੇ ਕੁਐਸਚਨ ਨੇ ਤੁਸੀਂ ਖੁਦ ਪ੍ਰੈਕਟਿਸ ਕਰਨੇ ਹੈ। ਤਾਂ ਡੈਰੀਵੇਟਿਵ ਕਰਨਾ ਹੈ, ਫਾਈਂਡ ਡੈਰੀਵੇਟਿਵ ਆਫ, ਸਪੋਜ਼ ਕੋਈ ਫੰਕਸ਼ਨ ਲਿਖ ਲੈਂਦੇ ਹਾਂ ਇੱਥੇ, ਸਾਈਨ x ਦੀ ਪਾਵਰ 5 + 8x - 7, ਸਪੋਜ਼ ਕਰ ਲਓ ਇਹ ਫੰਕਸ਼ਨ ਲਿਖ ਲਿਆ ਤੁਹਾਨੂੰ। ਤਾਂ ਇਸ ਨੂੰ ਹੁਣ ਸੋਲਵ ਕਰਨਾ ਹੈ। ਇਹਨੂੰ ਸੋਲਵ ਕਰਨ ਲਈ ਕੀ ਕਰੋਗੇ, ਫਸਟ ਆਫ ਆਲ ਹੁਣ ਦੇਖੋ ਪਹਿਲਾਂ ਆਪਾਂ ਸਿੱਧਾ ਡੈਰੀਵੇਟਿਵ ਲਿਖਿਆ। ਇਸ ਨੂੰ ਮੈਂ ਦੱਸਿਆ ਨਾ, ਕੋਈ ਵੀ ਕੁਐਸਚਨ ਆ ਜੇ, ਮੰਨ ਲਓ ਕੋਈ ਵੀ ਤੁਹਾਡੇ ਕੋਲ ਫੰਕਸ਼ਨ ਲਿਖਿਆ ਹੋਵੇ, ਤੁਸੀਂ ਉਸ ਨੂੰ y ਬਰਾਬਰ ਵੀ ਮੰਨ ਸਕਦੇ ਹੋ। ਠੀਕ ਹੈ। ਉਸ ਨੂੰ fx ਬਰਾਬਰ ਮੰਨ ਕੇ ਵੀ ਕੁਐਸਚਨ ਸ਼ੁਰੂ ਕਰ ਸਕਦੇ ਹੋ। ਤਾਂ ਸਿੱਧਾ ਡੈਰੀਵੇਟਿਵ ਦਾ ਸਿੰਬਲ ਲੈ ਕੇ ਵੀ ਤੁਸੀਂ ਆਪਾਂ ਡੈਰੀਵੇਟਿਵ ਕਰ ਸਕਦੇ ਹਾਂ। ਠੀਕ ਹੈ। ਫਿਲਹਾਲ ਆਪਾਂ ਇੱਥੇ ਨੈਕਸਟ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਇਸ ਨੂੰ ਕਰਦੇ ਲੈਟ y, ਇਹ ਸਭ ਤੋਂ ਜ਼ਿਆਦਾ ਈਜ਼ੀ ਰਹਿੰਦਾ ਹੈ। ਕੋਈ ਵੀ ਫੰਕਸ਼ਨ ਗਿਵਨ ਹੁੰਦਾ ਉਸ ਨੂੰ y ਮੰਨ ਲਓ, ਉਸ ਤੋਂ ਬਾਅਦ ਡੈਰੀਵੇਟਿਵ ਕਰਨਾ ਸਟਾਰਟ ਕਰ ਦਿਓ। ਇੱਥੇ ਲਿਖਣਾ ਹੁੰਦਾ ਹੈ, ਠੀਕ ਹੈ, ਹਰੇਕ ਕੁਐਸਚਨ ਦੇ ਵਿੱਚ ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ x। ਤਾਂ ਆਪਣੇ ਕੋਲ ਕੀ ਮਿਲੇਗਾ, ਤਾਂ ਡੈਰੀਵੇਟਿਵ ਡਿਫਰੈਂਸ਼ੀਏਟ ਦਾ ਮਤਲਬ ਕੀ ਹੁੰਦਾ, d/dx, ਦੋਨੋਂ ਪਾਸੇ ਤੁਸੀਂ d/dx ਲਗਾ ਦਿਓ। ਤਾਂ y ਦਾ d/dx dy/dx ਬਣ ਗਿਆ, ਤੇ ਰਾਈਟ ਹੈਂਡ ਸਾਈਡ ਦੇ ਉੱਤੇ ਕਿੰਨਾ ਬਣ ਜਾਏਗਾ, ਸਾਈਨ ਆਫ x ਦੀ ਪਾਵਰ 5 + 8x - 7। ਹੁਣ ਇਹਦਾ ਫਾਰਮੂਲਾ ਸੁਣੀ, ਹੁਣ ਆਏਗਾ ਚੇਨ ਰੂਲ ਕਿਵੇਂ ਅਪਲਾਈ ਕਰੀਏ। ਤਾਂ ਮੈਂ ਨਾਲ ਨਾਲ ਤੁਹਾਨੂੰ ਦੱਸਿਆ ਜਿੰਨਾ ਨਾਲ ਹੀ ਫਾਰਮੂਲਾ ਸਮਝਾ ਦਿੰਦਾ। ਤਾਂ ਸਾਈਨ x ਦਾ ਡੈਰੀਵੇਟਿਵ ਕਿੰਨਾ ਹੁੰਦਾ ਹੈ, cos x। ਲੇਕਿਨ ਇੱਥੇ ਜਿਹੜਾ ਹੈਗਾ ਫਾਰਮੂਲਾ +1 ਦੇ ਵਿੱਚ ਪੜਿਆ। ਹੁਣ +2 ਦਾ ਫਾਰਮੂਲਾ ਕਿਵੇਂ ਬਣਾਓਗੇ, x ਦੀ ਜਗ੍ਹਾ ਤੇ ਕੋਈ ਵੀ ਫੰਕਸ਼ਨ ਆ ਗਿਆ, ਤੁਸੀਂ ਕੀ ਕਰੋਗੇ, ਉਸ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਸਾਈਨ ਦਾ ਡੈਰੀਵੇਟਿਵ ਕਰ ਦਿਓ, ਐਂਗਲ ਨੂੰ ਉਵੇਂ ਹੀ ਰੱਖ ਲਓ, ਉਹਦੇ ਨਾਲ ਡੈਰੀਵੇਟਿਵ ਕਰਨਾ ਐਂਗਲ ਦਾ। ਠੀਕ ਹੈ। ਇਹ ਵਾਲਾ ਆਪਣੇ ਕੋਲ ਫਾਰਮੂਲਾ ਬਣ ਗਿਆ। ਇੱਥੇ ਮੇਨ ਗੇਟ ਜਿਹੜਾ ਹੈਗਾ ਮੇਨ ਫੰਕਸ਼ਨ ਸਭ ਤੋਂ ਪਹਿਲਾਂ। ਠੀਕ ਹੈ। ਜਦੋਂ ਆਪਣੇ ਕੋਲ ਕੰਪੋਜੀਸ਼ਨ ਆਫ ਫੰਕਸ਼ਨ ਹੁੰਦਾ ਐਕਚੁਅਲੀ, ਲੇਕਿਨ ਆਪਾਂ ਡਿਟੇਲ ਦੇ ਵਿੱਚ ਨਹੀਂ ਕਰਾਂਗੇ ਤਾਂ ਕਿ ਇਸ ਨੂੰ ਥੋੜਾ ਈਜ਼ੀ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ cos ਆਫ x ਦੀ ਪਾਵਰ 5 8x - 7, ਨਾਲ ਇਸ ਦੇ ਡੈਰੀਵੇਟਿਵ ਕਿਹਦਾ ਆਏਗਾ, ਐਂਗਲ ਦਾ। ਤਾਂ ਐਂਗਲ ਦਾ ਡੈਰੀਵੇਟਿਵ ਸਭ ਤੋਂ ਲਾਸਟ ਦੇ ਵਿੱਚ ਇਹਦੇ ਵਿੱਚ ਕਰ ਰਹੇ ਆਪਾਂ। ਠੀਕ ਹੈ। ਇਹ ਆਪਣਾ ਸਮਝ ਲਓ ਵੀ ਮੇਨ ਗੇਟ ਹੋ ਗਿਆ। ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਐਂਟਰੀ ਕਰਨੀ ਹੈ ਮੇਨ ਗੇਟ ਤੋਂ ਹੀ ਕਰਨੀ ਹੈ। ਇਹ ਨਹੀਂ ਹੈਗਾ ਵੀ ਤੁਸੀਂ ਮਤਲਬ ਕਿ ਕਿਸੇ ਚੋਰ ਗੇਟ ਦੇ ਵਿੱਚ ਪਹਿਲੇ ਪਾਸੇ ਮਤਲਬ ਕਿ ਐਂਟਰੀ ਸਿੱਧਾ ਐਂਗਲ ਦਾ ਹੀ ਡੈਰੀਵੇਟਿਵ ਕਰਤਾ। ਠੀਕ ਹੈ। ਇਹ ਨਹੀਂ ਕਰਨਾ ਇਹਦੇ ਵਿੱਚ। ਤਾਂ ਇਹ ਕਿੰਨਾ ਆ ਜਾਏਗਾ, cos ਆਫ x ਦੀ ਪਾਵਰ 5 8x - 7। x ਦੀ ਪਾਵਰ 5 ਦਾ ਡੈਰੀਵੇਟਿਵ ਕਿੰਨਾ ਆਏਗਾ, 5x ਦੀ ਪਾਵਰ 4 + 8। ਇਹਦਾ ਡੈਰੀਵੇਟਿਵ ਆ ਗਿਆ। ਠੀਕ ਹੈ। ਇਹਦੇ ਵਿੱਚ ਗਲਤੀ ਕੀ ਹੋ ਸਕਦੀ ਹੈ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਵੀ ਮਿਸਟੇਕਸ ਕੀ ਪੋਸੀਬਲ ਨੇ ਇਹ ਕੁਐਸਚਨ ਦੇ ਵਿੱਚ। ਸੈਕਿੰਡ, ਮਿਸਟੇਕਸ ਕੀ ਹੋ ਸਕਦੀਆਂ ਨੇ, ਜ਼ਿਆਦਾਤਰ ਬੱਚੇ ਕੀ ਕਰਦੇ ਨੇ, ਉਹ ਸਾਈਨ ਦਾ ਡੈਰੀਵੇਟਿਵ ਲਿਆ, cos, ਐਂਗਲ ਦਾ ਡੈਰੀਵੇਟਿਵ ਲਿਆ 5x ਦੀ 4 + 8। ਇਹ ਵਾਲਾ ਨਹੀਂ ਕਰਨਾ। ਠੀਕ ਹੈ। ਇਹਦੇ ਨਾਲ ਕੁਐਸਚਨ ਜਿਹੜਾ ਹੈਗਾ ਗਲਤ ਹੋ ਜਾਏਗਾ। ਹੋਰ ਕੁਐਸਚਨ ਲੈਣੇ ਆ ਇਹਦੇ ਨਾਲ ਦੇ। ਸਪੋਜ਼ ਕਰ ਲਓ ਕੋਈ ਐਗਜ਼ਾਮਪਲ ਆਪਾਂ ਲਿਖਦੇ ਹਾਂ, ਯੂ ਹੈਵ ਟੂ ਫਾਈਂਡ ਡੈਰੀਵੇਟਿਵ ਆਫ, ਕੋਈ ਫੰਕਸ਼ਨ ਕੰਸੀਡਰ ਕਰ ਲਓ ਕੋਈ ਵੀ, NCERT ਬੇਸਡ ਕੁਐਸਚਨ ਲਿਖ ਲੈਂਦੇ ਹਾਂ ਇੱਕ। ਤੇ ਲੈਟ ਫਾਈਂਡ ਡੈਰੀਵੇਟਿਵ ਆਫ tan
ਇੱਥੇ ਦਾ ਕੋਈ ਪਾਵਰ ਲਿਖ ਦਿਓ ਤੇ ਨਾਲ ਇਹਦੇ ਵਿੱਚ ਇੱਕ ਫੰਕਸ਼ਨ ਹੋਰ ਲਿਖ ਦਿਓ ਇੱਥੇ ਸਾਈਨ, ਥੋੜਾ ਫੰਕਸ਼ਨ ਬੜਾ ਬਣਾ ਲਓ x ਦੀ 3 - 7। ਸਪੋਜ਼ ਤੁਹਾਨੂੰ ਇਹਦਾ ਡੈਰੀਵੇਟਿਵ ਫਾਈਂਡ ਕਰਨਾ, ਤਾਂ ਇਹਦਾ ਡੈਰੀਵੇਟਿਵ ਫਾਈਂਡ ਕਰਨ ਵਾਸਤੇ ਸਭ ਤੋਂ ਪਹਿਲਾਂ ਦੇਖੋ, ਪਹਿਲਾਂ ਇੱਕ ਕੁਐਸਚਨ ਦੇ ਵਿੱਚ ਆਪਾਂ ਸਿੱਧਾ d/dx ਲੈ ਕੇ ਕੁਐਸਚਨ ਕੀਤਾ ਸੀਗਾ, ਅਗਲੇ ਕੁਐਸਚਨ 'ਚ y ਲਿਖਿਆ ਸੀਗਾ। ਹੁਣ ਇਸ ਕੁਐਸਚਨ ਦੇ ਵਿੱਚ ਆਪਾਂ ਕੀ ਕਰਾਂਗੇ, ਇਸ ਨੂੰ fx ਮੰਨ ਲੈਂਦੇ, ਸਪੋਜ਼ ਕਰ ਲਓ ਲੈਟ fx ਇਜ਼ ਇਕੁਅਲ ਟੂ, ਠੀਕ ਹੈ। ਕੁਐਸਚਨ ਨੂੰ ਲਿਖਣ ਦੇ ਵਿੱਚ ਆਪਾਂ ਤਿੰਨ ਮੈਥਡ ਨਾਲ ਕੁਐਸਚਨ ਸ਼ੁਰੂ ਕਰ ਸਕਦੇ ਹਾਂ। ਸੋ ਇਸ ਨੂੰ ਡਿਫਰੈਂਸ਼ੀਏਟ ਕਰ ਦਿਓ, ਠੀਕ ਹੈ। ਡਿਫਰੈਂਸ਼ੀਏਟ ਕਰੋਗੇ ਕਿੰਨਾ ਬਣ ਜਾਏਗਾ, ਇੱਥੇ ਆਪਾਂ ਇੱਕ ਸਟੈਪ ਪਹਿਲਾਂ ਲਿਖ ਲਈਏ, ਤਾਂ ਦੋਨੋਂ ਪਾਸੇ ਡੈਰੀਵੇਟਿਵ d/dx ਲੱਗ ਜਾਏਗਾ, ਦਿਸ ਵਨ d/dx। ਤੇ ਨੈਕਸਟ ਇਹਦੇ ਵਿੱਚ ਕੀ ਕਰੋਗੇ ਤੁਸੀਂ, fx ਦਾ ਡੈਰੀਵੇਟਿਵ ਕਿੰਨਾ ਹੁੰਦਾ ਹੈ, f'(x), ਇਹ ਵਾਲਾ ਸਿੰਬਲ ਆਪਾਂ ਯੂਜ਼ ਕਰ ਲੈਂਦੇ ਹਾਂ, ਇਹ ਨੋਟੇਸ਼ਨ ਯੂਜ਼ ਕਰਾਂਗੇ। ਇਹਦਾ ਕਿੰਨਾ ਆਏਗਾ ਡੈਰੀਵੇਟਿਵ, ਦੇਖੋ ਸਭ ਤੋਂ ਪਹਿਲਾਂ ਹੁਣ ਮੈਂ ਦੱਸਿਆ ਸੀ ਨਾ, ਦੇਖੋ ਮੇਨ ਗੇਟ ਹੈ, ਮੇਨ ਗੇਟ ਜਿਹੜਾ ਹੈਗਾ ਉਹ ਪਾਵਰ ਹੈ। ਕੁਐਸਚਨ ਦੇ ਵਿੱਚ ਪਹਿਲਾਂ ਪਾਵਰ ਸੋਲਵ ਕਰਨੀ ਹੈ, ਪਾਵਰ ਤੋਂ ਬਾਅਦ ਫਿਰ ਤੁਸੀਂ ਉਹਦਾ ਬੇਸ ਤੇ ਜਾਣਾ, ਸੈਕਿੰਡ ਜਿਹੜਾ ਹੈਗਾ ਫਿਰ ਤੁਸੀਂ ਬੇਸ ਤੇ ਜਾਣਾ, ਬੇਸ ਤੋਂ ਬਾਅਦ ਫਿਰ ਤੁਹਾਨੂੰ ਐਂਗਲ ਤੇ ਜਾਣਾ, ਅੱਗੇ ਐਂਗਲ ਤੇ, ਠੀਕ ਹੈ। ਇਸ ਤਰ੍ਹਾਂ ਅੱਗੇ ਅੱਗੇ ਮਤਲਬ ਕਿ ਤੁਸੀਂ ਲੌਕਸ ਖੋਲਣੇ ਨੇ ਇਹਦੇ ਕੁਐਸਚਨ ਦੇ ਵਿੱਚ। ਐਂ ਲੱਗੋ ਵੀ ਆਪਣੇ ਕੋਲ ਸਿੱਧਾ ਪਹਿਲਾਂ ਪਾਵਰ ਤੇ ਜਾਓਗੇ, ਤਾਂ ਪਾਵਰ ਵਾਲਾ ਫਾਰਮੂਲਾ ਕਿੰਨਾ ਹੁੰਦਾ, ਅੱਜ ਹੀ ਆਪਾਂ ਪੜ੍ਹ ਕੇ ਹਟੇ ਹਾਂ। ਤਾਂ ਪਾਵਰ ਅੱਗੇ ਆ ਗਈ 2, tan ਦੀ ਪਾਵਰ 2 - 1 ਇੱਥੇ 1 ਰਹਿ ਗਿਆ। ਇਸ ਕੁਐਸਚਨ ਦਾ ਐਂਗਲਸ ਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ, ਐਂਗਲ ਕਿੰਨਾ ਇਸ ਦੇ ਵਿੱਚ, ਐਂਗਲ ਹੈਗਾ ਆਪਣੇ ਕੋਲੇ ਸੌਰੀ ਬੇਸ ਕਿੰਨਾ ਹੈ, ਬੇਸ ਹੈਗਾ tan, ਬਿਨਾ ਪਾਵਰ ਨੂੰ ਛੱਡ ਦਿਓ, ਬਿਨਾ ਪਾਵਰ ਤੋਂ ਦੇਖੋ ਜਿਹੜਾ ਬਾਕੀ ਬਚ ਗਿਆ ਉਹ ਸਾਰਾ ਬੇਸ ਹੀ ਹੈ। ਤਾਂ tan ਆਫ sin x³ - 7 ਦਾ ਡੈਰੀਵੇਟਿਵ ਕਰਨਾ ਹੈ, ਤਾਂ ਇਹ ਕਿੰਨਾ ਬਣ ਜਾਏਗਾ ਤੁਹਾਡੇ ਕੋਲ, 2 tan sin x³ - 7। ਹੁਣ tan ਦਾ ਡੈਰੀਵੇਟਿਵ ਕਿੰਨਾ ਹੁੰਦਾ, ਦੇਖੋ ਕਲਾਸ +1 ਦੇ ਵਿੱਚ ਫਾਰਮੂਲਾ ਹੁਣੇ ਪੜਿਆ ਹੋਇਆ, ਡੈਰੀਵੇਟਿਵ ਆਫ tan x ਇਜ਼ ਇਕੁਅਲ ਟੂ secant ਸਕੁਅਰ x। ਅਗਰ ਇਹਦਾ ਫਾਰਮੂਲਾ ਸੁਣੇ ਬਣਾਉਣਾ ਹੋਵੇ, ਆਪਾਂ ਵੈਸੇ ਤਾਂ ਦੇਖੋ ਚੇਨ ਰੂਲ ਦੇ ਅਕੋਰਡਿੰਗ ਟੂ ਕਰ ਲਓ, ਅਲੱਗ ਫਾਰਮੂਲਾ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ। ਸਭ ਤੋਂ ਪਹਿਲਾਂ ਫਾਰਮੂਲਾ ਕਿਹਦਾ ਡੈਰੀਵੇਟਿਵ ਕਰੋਗੇ, tan ਦਾ, ਉਸ ਤੋਂ ਬਾਅਦ ਐਂਗਲ ਦਾ। tan ਦਾ ਡੈਰੀਵੇਟਿਵ ਕਿੰਨਾ ਆ ਗਿਆ, secant ਸਕੁਅਰ। ਦੋ ਸਟੈਪ ਇਕੱਠੇ ਨਾ ਕਰਿਓ, ਫਿਰ ਕੁਐਸਚਨ ਗਲਤ ਹੋ ਜਾਏਗਾ, ਠੀਕ ਹੈ। ਤਾਂ ਇਹਦਾ ਹੁਣ ਡੈਰੀਵੇਟਿਵ ਕਿਹਦਾ ਆਏਗਾ, ਐਂਗਲ ਦਾ। ਤਾਂ tan ਦਾ ਐਂਗਲ ਕਿੰਨਾ ਆ ਗਿਆ, ਦੇਖੋ ਪਹਿਲਾਂ ਪਾਵਰ ਦਾ ਡੈਰੀਵੇਟਿਵ ਲਿਆ, ਠੀਕ ਹੈ। ਹੁਣ ਆਪਾਂ ਬੇਸ ਦਾ ਡੈਰੀਵੇਟਿਵ ਲੈ ਲਿਆ, ਹੁਣ ਆਪਾਂ ਐਂਗਲ ਦਾ ਡੈਰੀਵੇਟਿਵ ਲਿਖਣ ਜਾ ਰਹੇ ਹਾਂ, ਤਾਂ ਇਹ ਆ ਗਿਆ। So this is 2 tan sin x³ - 7। नेक्स्ट आ गया secant स्क्वायर sin of x³ - 7। साइन का डेरिवेटिव कितना हो गया, cos का, cos x³ - 7। फिर नेक्स्ट डेरिवेटिव होर हो जाएगा, देखो लास्ट वाला अपने को आ गया एंगल का डेरिवेटिव x³ - 7 का, तो ये अपना लास्ट स्टेप आ जाएगा, तो बन जाएगा 2 tan let me write this one, ये तो उम्मीद तुसी कॉपी पेस्ट मार लिया, इंटू cos x³ - 7 इंटू ਇਹਦਾ ਡੈਰੀਵੇਟਿਵ ਕਿੰਨਾ ਆ ਗਿਆ ਐਂਗਲ ਦਾ, ਦੇਖੋ इतने अपने को पहले x³ का करोगे, ये आ जाएगा 3x² आ गया, 7 का 0। तो इस तरह इनू अपने को इस तो 3x² 2 ਨਾਲ मल्टीप्लाई करके ਦਾ आंसर आप लिख सकते हैं। ਹੁਣ ਹੋਰ भी क्वेश्चन आप करते हैं इस तो बाद। नैक्सट आप कोई NCERT बेस्ड क्वेश्चन लिखते हैं एक, जिहदे कोल जिस तरह NCERT ਦੇ ਵਿੱਚ एक्सरसाइज 5.2 ਦਾ ਨਾ ਇੱਕ 6 क्वेश्चन है, ਉਹਦੇ बेस्ड मैं आपके को एक क्वेश्चन लिख लेना। तो स्टेटमेंट हैगी है लेट y इज इक्वल टू, ਆਪਾਂ ਸਿੱਧਾ ਹੁਣ क्वेश्चन ही शुरू करते हैं। सपोज कर लो क्वेश्चन ਦੇ ਵਿੱਚ जो डेरीवेटिव फाइंड करना है,
राइट इट एज cos x ਦੀ ਪਾਵਰ 5 into sin q x ਦਾ ਸਕੇਅਰ। ਹੁਣ ਇਹਦੇ ਵਿੱਚ ਨਾ ਦੋ x ਵਾਲੇ ਫੰਕਸ਼ਨ ਆ ਰਹੇ ਨੇ ਇੱਕ ਤਰ੍ਹਾਂ ਦੇ, ਤਾਂ ਇਸ ਤਰ੍ਹਾਂ ਦੇ ਕੁਐਸਚਨ 'ਚ ਹਮੇਸ਼ਾ ਆਪਾਂ ਪ੍ਰੋਡਕਟ ਰੂਲ ਹੀ ਲੱਗੇਗਾ। ਠੀਕ ਹੈ, ਇਹ ਨਹੀਂ ਹੈਗਾ ਤੁਸੀਂ ਡੈਰੀਵੇਟਿਵ ਅਲੱਗ-ਅਲੱਗ ਕਰ ਦੋ। ਜ਼ਿਆਦਾਤਰ ਮਿਸਟੇਕਸ ਕੀ ਹੋ ਸਕਦੀ ਹੈ, ਬੱਚੇ ਹੀ ਕਰਦੇ ਨੇ, ਜਿਵੇਂ ਡੈਰੀਵੇਟਿਵ ਪੁੱਛਿਆ ਉਹਨਾਂ ਨੂੰ x sin x ਦਾ, ਉਹ ਕੀ ਕਰਦੇ ਨੇ x ਦਾ 1 ਲਿਖ ਲਿਆ, sin x ਦਾ cos x ਲਿਖ ਲਿਆ, ਤਾਂ ਆਨਸਰ cos x ਕੱਢ ਦਿੰਦੇ ਨੇ। ਇਹ ਗਲਤ ਹੈ। ਠੀਕ ਹੈ, ਇਸ ਤਰ੍ਹਾਂ ਦਾ ਨਹੀਂ ਕਰਨਾ, ਇਹ ਮਿਸਟੇਕ ਹੈ। ਹੁਣ ਡੈਰੀਵੇਟਿਵ ਦਾ ਮਤਲਬ ਕੀ ਹੁੰਦਾ, ਦੋਨੋਂ ਪਾਸੇ dy/dx। ठीक है, इधर भी d/dx लग जाएगा। डेरिवेटिव मीन d/dx, डेरिवेटिव विद रिस्पेक्ट टू x कर रहे हैं। तो इंडिपेंडेंट वेरिएबल है विद रिस्पेक्ट टू ओदी ही डेरिवेटिव होंदा हमेशा। तो दिस इज द प्रोडक्ट ऑफ टू फंक्शन। तो पहला सब तो पहला फर्स्ट फंक्शन का डेरिवेटिव कर लो, फिर डेरिवेटिव जो ये फर्स्ट फंक्शन मान लिया, दिस इज अवर सैकेंड फंक्शन, नाल ओदे की आएगा डेरिवेटिव ऑफ सैकेंड फंक्शन प्लस सैकेंड फंक्शन एज इट इज रख लिया, ਤੇ ਨਾਲ ਡੈਰੀਵੇਟਿਵ ਕਿਹਦਾ ਆਏਗਾ, ਫਸਟ ਫੰਕਸ਼ਨ ਦਾ, cos ਆਫ x ਦੀ ਪਾਵਰ 5। ਹੁਣ ਆ ਗਿਆ ਦੇਖੋ, ਬਾਕੀ ਤਾਂ +1 ਤੇ +2 ਦੇ ਵਿੱਚ ਜਸਟ ਇੱਕ ਡਿਫਰੈਂਸ ਹੈਗਾ ਚੇਨ ਰੂਲ ਦਾ, ਤੇ ਆਪਾਂ ਚੇਨ ਰੂਲ ਨੂੰ ਆਪਾਂ ਈਜ਼ੀ ਕਰਕੇ ਹੀ ਕੁਐਸਚਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਕੀ ਕਰਨਾ, ਦੇਖੋ ਮੇਨ ਪਾਵਰ ਦੇਖਣੀ ਹੈ। ਹੋਰ ਤਾਂ ਤੁਹਾਨੂੰ ਪਾਵਰ ਦੇ ਵਿੱਚ 2 ਨਹੀਂ ਨਜ਼ਰ ਆਣੀ ਚਾਹੀਦੀ। ਦੇਖੋ ਇਹਦੇ ਵਿੱਚ ਜਿਹੜੀ ਪਾਵਰ ਹੈਗੀ ਆ ਉਹ ਡੈਟ ਇਜ਼ 3, ਕਿਉਂਕਿ ਟ੍ਰਿਗੋਨੋਮੈਟ੍ਰਿਕ ਫੰਕਸ਼ਨ ਕੋਈ ਵੀ ਹੋਵੇ ਨਾ, ਤਾਂ ਉਹਦੀ ਪਾਵਰ ਹੁੰਦੀ ਆ ਉਹ ਇੱਥੇ ਇਸ ਤਰ੍ਹਾਂ ਲਿਖਦੇ ਆ ਆਪਾਂ। ਇਹ ਫਾਰਮੂਲੇ 'ਚ n ਦੀ ਵੈਲਿਊ -1 ਨਹੀਂ ਪੁੱਟ ਕਰ ਸਕਦੇ। ਠੀਕ ਹੈ, ਇਹ ਵਾਲਾ ਆਪਣੇ ਕੋਲ ਫਾਰਮੂਲਾ ਹਮੇਸ਼ਾ ਇੱਕ ਰਿਜ਼ਲਟ ਜਿਹੜਾ ਰਹਿੰਦਾ 10th ਕਲਾਸ 'ਚ ਹੀ ਆ ਜਾਂਦਾ ਵੈਸੇ। ਇਹਦੀ ਪਾਵਰ ਜਿਹੜੀ ਹੈਗੀ ਹੈ ਮੇਨ 3 ਆ, ਤਾਂ 3 ਪਾਵਰ ਅੱਗੇ ਆ ਗਈ ਸਾਈਨ ਸਕੇਅਰ ਐਂਗਲ ਇਹ ਵਾਲਾ। ਹੁਣ ਇਸ ਤੋਂ ਬਾਅਦ ਮੈਂ ਕਿਹਾ ਸੀ ਪਹਿਲਾਂ ਪਾਵਰ, ਫਿਰ ਡੈਰੀਵੇਟਿਵ ਸੈਕਿੰਡ ਸਟੈਪ ਦੇ ਵਿੱਚ ਕਿਹਦਾ ਕਰਨਾ ਹੈ, ਬੇਸ ਦਾ। ਬੇਸ ਹੈਗਾ ਸਾਈਨ ਆਫ x ਸਕੇਅਰ। ਹੁਣ ਸੈਕਿੰਡ ਪਾਰਟ ਤੇ ਆ ਜਾਓ ਕੁਐਸਚਨ ਦੇ ਵਿੱਚ, ਇਹ ਹੈਗਾ ਸਾਈਨ x ਸਕੇਅਰ, ਉਹ ਵੀ ਰੱਖ ਲਿਆ। ਇਹ cos ਦਾ ਡੈਰੀਵੇਟਿਵ ਕਿੰਨਾ ਹੁੰਦਾ ਹੈ, cos ਦਾ ਡੈਰੀਵੇਟਿਵ +1 ਦੇ ਵਿੱਚ ਉਹਨੇ ਪੜਿਆ -sin x ਦੀ ਪਾਵਰ 5। ਠੀਕ ਹੈ, +1 ਵਾਲਾ ਇਹ ਸਾਰੇ ਫਾਰਮੂਲੇ ਸਾਨੂੰ ਕਲੀਅਰ ਹੋਣੇ ਚਾਹੀਦੇ ਨੇ। ਸੋ ਇਹ ਡੈਰੀਵੇਟਿਵ ਆ ਗਿਆ। ਨੈਕਸਟ ਕੀ ਕਰੋਗੇ, ਇਹਦੇ ਵਿੱਚ ਇਹਨੂੰ ਲਿਖੋਗੇ, ਇਸ ਨੂੰ ਆਪਾਂ ਠੀਕ ਕਰਕੇ ਲਿਖ ਲੈਂਦੇ ਹਾਂ। ਪਹਿਲਾਂ 3 ਲਿਖ ਲਓ, cos x 5, then sin ਸਕੇਅਰ x ਸਕੇਅਰ। ਇਸ ਤੋਂ ਡੈਰੀਵੇਟਿਵ ਆ ਗਿਆ, ਸਾਈਨ ਦਾ ਡੈਰੀਵੇਟਿਵ ਕਿੰਨਾ ਹੁੰਦਾ ਹੈ, cos। ਦੇਖੋ ਟ੍ਰਿਗੋਨੋਮੈਟਰੀ ਇਹਦਾ ਕਰ ਲਿਆ ਆਪਾਂ, ਪਹਿਲਾਂ ਪਾਵਰ ਦਾ ਕੀਤਾ, ਫਿਰ ਬੇਸ ਦਾ ਕੀਤਾ। ਹੁਣ ਜੋ ਇਸ ਤੋਂ ਬਾਅਦ ਆਪਾਂ ਕਰਨਾ ਐਂਗਲ ਦਾ। ਐਂਗਲ ਦਾ ਡੈਰੀਵੇਟਿਵ ਕਿੰਨਾ ਆਏਗਾ ਇੱਥੇ ਲਿਖ ਲੈਂਦੇ ਹਾਂ, ਨੈਕਸਟ ਸਟੈਪ ਦੇ ਵਿੱਚ ਕਰ ਦਾਂਗੇ x ਸਕੇਅਰ। ਇੱਥੇ ਆਪਣੇ ਕੋਲ ਕੀ ਆ ਜਾਏਗਾ, ਹੁਣ ਸੈਕਿੰਡ ਜਿਹੜਾ ਸਟੈਪ ਇਸ ਤੋਂ ਬਾਅਦ ਹੈਗਾ, ਇੱਥੇ ਦੇਖੋ ਪਲੱਸ ਮਾਈਨਸ ਮਾਈਨਸ ਬਣ ਗਿਆ, ਸਾਈਨ ਕਿਊ x ਸਕੇਅਰ ਇੰਟੂ ਸਾਈਨ ਆਫ x ਦੀ ਪਾਵਰ 5। ਤੇ x ਦੀ ਪਾਵਰ 5 ਦਾ ਪਾਵਰ ਫਾਰਮੂਲਾ ਲਗਾ ਦਿਓ, ਇਟ ਬਿਕਮ 5x4। ਆਪਣਾ ਇੱਕੋ ਹੀ ਸਟੈਪ ਰਹਿ ਗਿਆ ਮੇਨ ਕੁਐਸਚਨ ਦੇ ਵਿੱਚ, ਦਿਸ ਇਜ਼ 3 cos x 5 ਇੰਟੂ ਸਾਈਨ ਸਕੇਅਰ x ਸਕੇਅਰ cos of x ਸਕੇਅਰ। x ਸਕੇਅਰ ਦਾ ਡੈਰੀਵੇਟਿਵ ਸਭ ਤੋਂ ਸਿੰਪਲ ਹੈ, ਇਟ ਇਜ਼ 2x। 5x4 ਅੱਗੇ ਲਿਖ ਦਿੰਦੇ। So this is the derivative of the given question। ਤੁਸੀਂ ਇਹਦੇ ਨਾਲ ਦਾ NCERT ਕੁਐਸਚਨ ਕਰ ਸਕਦੇ ਹੋ। ਇਹ ਜਿੰਨੇ ਵੀ ਕੁਐਸਚਨ ਮੈਂ ਕਰ ਰਿਹਾ ਜਸਟ ਸਾਰੇ NCERT ਬੇਸਡ ਕੁਐਸਚਨ ਨੇ। ਹੋਰ ਐਗਜ਼ਾਮਪਲ ਲਿਖਦੇ ਹਾਂ ਇੱਕ, ਜਿੰਨਾ ਕਲੈਰਿਟੀ ਹੋ ਜਾਏਗੀ। ਆਪਾਂ ਇੱਕ ਦੋ ਕੁਐਸਚਨ ਹੋਰ ਕਰਦੇ ਹਾਂ, ਉਹ ਹੈਗਾ कोई एग्जाम्पल लिख लो। Suppose you have to find derivative of कोई फंक्शन आप लिख लेने जिस तरह साइन रूट एक्स अपॉन हो जाए। क्वेश्चन फॉर्मूले वाला भी क्वेश्चन करके देख लिए। ਇਹਦਾ क्वेश्चन करने ਲਈ क्वेश्चन रूल ਜਿਹੜਾ ਹੈਗਾ +1 ਦੇ ਵਿੱਚ ਵੈਸੇ ਤਾਂ ਦੇਖੋ ਪੜਿਆ ਹੋਇਆ, ਆਪਾਂ ਇਧਰ ਸਾਈਡ ਤੇ ਲਿਖ ਲੈਨੇ ਇੱਕ। ਡੈਰੀਵੇਟਿਵ अगर आ जाए न्यूमरेटर अपॉन डिनोमिनेटर वाला,
तो ਇਹਦੇ ਵਿੱਚ ਆਪਾਂ ਕੀ ਕਰਾਂਗੇ, डिनोमिनेटर ਦਾ ਸਕੁਅਰ, डिनोमिनेटर इंटू डेरीवेटिव ऑफ न्यूमरेटर माइनस न्यूमरेटर लिख के डेरीवेटिव तुसीं काहदा करोगे, डिनोमिनेटर का। ये वाला फॉर्मूला आप यूज़ करांगे। तो ये लिए आप इसनूं y लिख लें, लैट y इज इक्वल टू साइन रूट एक्स अपॉन कोज एक्स। सो क्वेश्चन जो भी जो प्रोडक्ट आ जाए तो प्रोडक्ट रूल लगाना दो फंक्शन का, अगर प्रोडक्ट आ जाता है, अगर क्वेश्चन टाइप आ जाए तो क्वेश्चन रूल लगा दो। तो डेरीवेटिव कितना आ गया, डिनोमिनेटर का स्केयर, डिनोमिनेटर इंटू डेरीवेटिव ऑफ साइन रूट एक्स माइनस साइन रूट एक्स, डेरीवेटिव कितना आ जाएगा, डिनोमिनेटर का, ये वाला। सो साइन रूट एक्स, देखो ये सिंपल चेन रूल लग रहा है, तो कोई ज़्यादा क्वेश्चन टिपिकल नहीं है। सब तो पहला डेरीवेटिव कि दोगे, सब तो पहला देखो तुम दसा मेन गेट ये साइन वाला ही है, साइन का डेरीवेटिव कर दो कॉज रूट एक्स, और इंटू डेरीवेटिव कितना आएगा, रूट एक्स का। साइन रूट एक्स इंटू डेरीवेटिव कॉज एक्स का कितना बन गया, माइनस साइन एक्स डिवाइडेड बाय कॉस स्क्वायर एक्स। डेरीवेटिव देखो एक दो डेरीवेटिव ना वैसे ही हमेशा थोड़े याद होने चाहिए ने, जिमें रूट एक्स डेरीवेटिव करना है तो पावर कितनी है, दिस इज इक्वल टू एक्स की पावर 1/2, तो 1/2 पावर अगे आ गई, एक्स की पावर -1/2, तो दिस इज इक्वल टू दिस वन। ये हमेशा थोड़े डायरैक्ट याद होना चाहिए। एक डेरीवेटिव होर जो ज़्यादा इंपोर्टेंट होंगे, ये तुसीं खुद करके देखियो, 1/x डेरीवेटिव का -1/x स्केयर। ये दो डेरीवेटिव तो बिल्कुल डायरैक्ट कदों मर्जी अप्लाई हो सकते क्वेश्चन के मिनट। तो हुण ये डेरीवेटिव रूट एक्स का कितना बन गया, कॉज एक्स, इतने थोड़ी स्पेस कट आप यूज़ कर लिए, दिस इज 1/2 रूट एक्स, माइनस माइनस प्लस हो जाएगा इतने, कितना बन गया साइन रूट एक्स इंटू साइन ऑफ एक्स अपॉन आ गया कॉस स्क्वायर एक्स। सो ये अपना ਇਹਦਾ आंसर आ गया। इसमें थोड़ा बहुत होर सिंपलीफाई करके तुसीं लिख सकते हो। तो ये बेटा अज का जिहड़ा लैक्चर सीगा, आई होप कि तुहानूं कंसैप्ट समझ आया होगा। तो थैंक यू बेटा।